मन बात नहीं सुनता, हम सुनवाएंगे। परेशान करता है, हम समझाएंगे। विचार उलझते हैं, हम सुलझाएंगे। इस मन को फिर से शांत रहना सिखाएंगे। मन से फिर से आपकी दोस्ती करवाएंगे। साइको गुरु टीम है हर पल आपके साथ, करवाएगी फिर से मन से आपकी बात। महकेंगे फिर से जीवन में खुशियों के रंग, जब साइको गुरु टीम होगी आपके संग। हाँ जी दोस्तों, ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ, ਤੁਹਾਡੇ ਨਾਲ ਤਰਕ ਦੀਆਂ ਗੱਲਾਂ ਲੈ ਕੇ ਤੁਹਾਡੇ ਫਿਰ ਰੂਬਰੂ ਹਾਂ। ਦੋਸਤੋ, ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਪੂਰੇ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਆਪਣੀ ਸਿਖਰ ਤੇ ਹੈ ਅਤੇ ਬਹੁਤ ਹੀ ਜੋਸ਼ ਨਾਲ ਭਰੇ ਹੋਏ ਕਿਸਾਨ ਆਪਣੇ ਹੱਕਾਂ ਦੇ ਲਈ, ਦੇਸ਼ ਦੇ ਲਈ ਦਿੱਲੀ ਦੇ ਬਾਰਡਰ ਦੇ ਉੱਪਰ, ਟਿਕਰੀ ਬਾਰਡਰ, ਸਿੰਘੂ ਬਾਰਡਰ ਦੇ ਉੱਪਰ ਬੈਠੇ ਆ ਤੇ ਦੇਸ਼ ਦੇ ਦੀਆਂ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਉਠਾ ਰਹੇ ਆ। ਜਿੱਥੇ ਇੱਕ ਪਾਸੇ ਕਿਸਾਨ ਪੂਰੇ ਦੇਸ਼ ਨੂੰ, ਪੂਰੇ ਹੱਕਾਂ ਦੀਆਂ ਗੱਲਾਂ ਕਰ ਰਹੇ ਨੇ, ਉੱਥੇ ਹੀ ਕੁਝ ਇੱਕ ਕਿਸਾਨਾਂ ਦੇ ਸੰਘਰਸ਼ ਦੇ ਵਿੱਚੋਂ ਨਿਰਾਸ਼ਾਮਈ ਗੱਲਾਂ ਆਉਂਦੀਆਂ ਨੇ ਕਿ ਕੁਝ ਕਿਸਾਨ ਉਹਦੇ ਵਿੱਚੋਂ ਆਤਮ ਹੱਤਿਆਵਾਂ ਕਰ ਜਾਂਦੇ ਆ। ਜੇ ਇਹ ਵਰਤਾਰਾ ਕਿਉਂ ਵਾਪਰਦਾ, ਇਸ ਵਰਤਾਰੇ ਦੇ ਵਿੱਚੋਂ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਕੱਢਿਆ ਜਾ ਸਕਦਾ ਤੇ ਅਸੀਂ ਇਹ ਕਿਸ ਤਰ੍ਹਾਂ ਜਾਣੀਏ ਕਿ ਕੋਈ ਕਿਸਾਨ ਖੁਦਕਸ਼ੀ ਵੱਲ ਜਾ ਸਕਦਾ, ਇਹਦੇ ਬਾਰੇ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਤਰਕਸ਼ੀਲ ਟੀਵੀ ਦੇ ਤਰਕ ਦੀਆਂ ਗੱਲਾਂ ਦੇ ਰਾਹੀਂ। ਸਾਡੇ ਨਾਲ ਪੈਨਲ ਵਿੱਚ ਸ਼ਾਮਲ ਹੋ ਰਹੇ ਨੇ ਸਾਈਕੋਲੋਜਿਸਟ ਰਜਿੰਦਰ ਜੋਧਪੁਰੀਆ ਜੀ। ਰਜਿੰਦਰ ਜੀ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਮਜੀਦ ਜੀ, ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਜੀ। ਜੀ ਰਜਿੰਦਰ ਜੀ, ਜਿਸ ਤਰ੍ਹਾਂ ਕਿ ਸਿੰਘੂ ਬਾਰਡਰ ਦੇ ਉੱਪਰ ਕਿਸਾਨ ਬੈਠੇ ਆ, ਬੜੇ ਜੋਸ਼ ਦੇ ਵਿੱਚ ਹੈਗੇ ਆ, ਪੂਰੇ ਦੇਸ਼ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਆ, ਪਰ ਉਸੇ ਦੇ ਵਿੱਚੋਂ ਕੁਝ ਇੱਕ ਕਿਸਾਨ ਨਿਰਾਸ਼ਮਈ ਹੋ ਕੇ ਆਪਣੀ ਜਿਹੜੀ ਜੀਵਨ ਲੀਲਾ ਖਤਮ ਕਰਨ ਦੇ ਵੱਲ ਤੁਰ ਪੈਂਦੇ ਆ। ਇਹ ਵਰਤਾਰਾ ਕਿਉਂ ਵਾਪਰਦਾ, ਇਹਦੇ ਬਾਰੇ ਥੋੜਾ ਸਾਨੂੰ ਜਾਣਕਾਰੀ ਦਿਓ ਜੀ। ਜੀ। ਹੱਤਿਆ ਕਰਦਾ ਹੈ, ਉਸ ਪਿੱਛੇ ਕੁਝ ਸਮਾਜਿਕ ਕਾਰਨ ਹੁੰਦੇ ਹੈ, ਕੁਝ ਰਾਜਨੀਤਿਕ ਕਾਰਨ ਹੁੰਦੇ ਹੈ, ਕੁਝ ਮਨੋਵਿਗਿਆਨਿਕ ਕਾਰਨ ਹੁੰਦੇ ਹੈ। ਕਿਸਾਨ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ। ਕਿਸਾਨ ਇਹੋ ਜਿਹਾ ਮਨੁੱਖ ਹੈ ਜਿਹੜਾ ਸਾਰੇ ਦੇਸ਼ ਦੀ, ਸਾਰੀ ਜਨਤਾ ਦੀ ਉਦਰਪੂਰਤੀ, ਜਿਹਨੂੰ ਆਪਾਂ ਕਹਿ ਦਈਏ ਢਿੱਡ ਪੂਰਤੀ ਕਰਦਾ ਹੈ। ਤੇ ਕਿਸਾਨ ਹੀ ਆਖਿਰ, ਅੰਨਦਾਤਾ ਹੀ ਆਖਿਰ ਉਦਾਸੀ 'ਚ ਜਾਂ ਨਿਰਾਸ਼ਾ 'ਚ ਚਲਾ ਜਾਊਗਾ ਤਾਂ ਦੇਸ਼ ਕਿਵੇਂ ਬਚੇਗਾ। ਤਾਂ ਅੱਜ ਆਪਾਂ ਇਸ ਪੈਨਲ ਦੇ ਵਿੱਚ ਮਜੀਦ ਜੀ, ਜਿਵੇਂ ਤੁਸੀਂ ਸਵਾਲ ਪੁੱਛਿਆ, ਆਪਾਂ ਗੱਲ ਕਰਾਂਗੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਇਹਦੇ ਪਿੱਛੇ ਜਿਹੜੇ ਸਾਈਕੋਲੋਜੀਕਲ ਕਾਰਨ ਹੈਗੇ ਹਨ, ਜਿਹੜੇ ਮਨੋਵਿਗਿਆਨਿਕ ਕਾਰਨ ਨੇ। ਦੇਖੀਏ, ਇਨਸਾਨ ਇਹੋ ਜਿਹਾ ਜੀਵ ਹੈ ਜਿਹੜਾ ਖੁਸ਼ ਵੀ ਹੁੰਦਾ ਹੈ, ਜਿਹੜਾ ਦੁਖੀ ਵੀ ਹੁੰਦਾ ਹੈ, ਨਿਰਾਸ਼ ਵੀ ਹੁੰਦਾ ਹੈ, ਇਹਨੂੰ ਗੁੱਸਾ ਵੀ ਆਉਂਦਾ ਹੈ। ਇਹ ਇਮੋਸ਼ਨ ਦਾ ਪੁਤਲਾ ਹੈਗਾ, ਬਹੁਤ ਸਾਰੇ ਮੂਡ ਬਦਲਦੇ ਰਹਿੰਦੇ। ਤੇ ਕਿਸਾਨ ਦੀ ਜਿਹੜੀ ਆਜੀਵਿਕਾ ਹੈਗੀ ਹੈ ਉਹ ਪੂਰੀ ਤਰ੍ਹਾਂ ਖੇਤੀ ਉੱਤੇ ਨਿਰਭਰ ਹੈਗੀ ਹੈ। ਤੇ ਜਦੋਂ ਕਿਸਾਨ ਦੇ ਸਾਹਮਣੇ ਖੇਤੀ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ, ਭਾਵੇਂ ਉਹ ਸਮੱਸਿਆ ਪ੍ਰਾਕ੍ਰਿਤਿਕ ਆਪਦਾ ਕਰਕੇ ਆਉਂਦੀ ਹੋਵੇ, ਭਾਵੇਂ ਉਹ ਰਾਜਨੀਤਿਕ ਕਾਰਨਾਂ ਕਰਕੇ ਹੋਵੇ, ਤਾਂ ਉਹਨੂੰ ਉਦਾਸੀ ਘੇਰਦੀ ਹੈ, ਉਹ ਨਿਰਾਸ਼ਾ ਵੱਲ ਤੁਰ ਪੈਂਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਹੁਣ ਜ਼ਿੰਦਗੀ 'ਚ ਉਹਦਾ ਜਿਹੜਾ ਭਵਿੱਖ ਹੈਗਾ, ਜਿਹੜਾ ਉਹਦਾ ਅੱਗੇ ਦਾ ਸਮਾਂ ਹੈਗਾ, ਉਹ ਕਠਿਨ ਹੋਊਗਾ, ਉਹ ਉਸ ਤੋਂ ਕੱਟਿਆ ਜਾਣਾ ਨਹੀਂ। ਬਹੁਤ ਸਾਰੀ ਉਸ ਦੇ ਉੱਤੇ ਜ਼ਿੰਮੇਵਾਰੀਆਂ ਵੀ ਹੁੰਦੀ ਹੈ, ਪਰਿਵਾਰ ਦੀ ਵੀ ਜ਼ਿੰਮੇਵਾਰੀਆਂ ਹੁੰਦੀ ਹੈ, ਹੋਰ ਬਹੁਤ ਸਾਰੇ ਉਹਦੇ ਖਰਚੇ ਹੁੰਦੇ ਨੇ, ਉਹ ਸਾਰੇ ਦੇ ਸਾਰੇ ਖੇਤੀਬਾੜੀ ਦੇ ਉੱਤੇ ਹੀ ਨਿਰਭਰ ਹੁੰਦੇ ਨੇ। ਉਹਨੂੰ ਲੱਗਦਾ ਹੈ ਕਿ ਇਹ ਪੂਰੇ ਹੋਣੇ ਨਹੀਂ ਤੇ ਉਹਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੈਂ ਉਦਾਸੀ ਕਰਕੇ ਜਾਂ ਕਿਤੇ ਨਾ ਕਿਤੇ ਮੈਂ ਆਤਮ ਹੱਤਿਆ ਕਰ ਲਾਂ ਤਾਂ ਇਹਨਾਂ ਸਾਰਿਆਂ ਤੋਂ ਪਿੱਛਾ ਛੁੱਟ ਜਾਊਗਾ। ਤੇ ਪਿਛਲੇ ਦਿਨਾਂ ਜਿਹੜੇ ਕਿਸਾਨ ਭਰਾ ਹੈਗੇ ਆ, ਕਿਸਾਨ ਵੀਰ ਹੈਗੇ ਆ, ਉਹ ਦਿੱਲੀ ਦੇ ਵੱਖ-ਵੱਖ ਬਾਰਡਰ ਤੇ ਆ, ਜਿੱਥੋਂ ਆਪਾਂ ਦਿੱਲੀ ਦੇ ਵਿੱਚ ਐਂਟਰ ਕਰਦੇ ਹਾਂ, ਉੱਥੇ ਡਟੇ ਹੋਏ ਨੇ। ਤੇ ਇਹ ਸੰਘਰਸ਼ ਕਾਫੀ ਲੰਬਾ ਚੱਲਿਆ ਹੋਇਆ ਹੈ ਤੇ ਇਹ ਰਾਜਨੀਤਿਕ ਸੰਘਰਸ਼ ਹੈਗਾ। ਸਰਕਾਰ ਨੇ ਕੁਝ ਨਿਯਮ ਰੱਖੇ ਤੇ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਏ ਤੇ ਉਹ ਆਪਣੇ ਹੱਕਾਂ ਲਈ ਲੜ ਰਹੇ ਹੈਗੇ। ਲੇਕਿਨ ਸਰਕਾਰ ਦਾ ਕੋਈ ਸੰਤੋਸ਼ਜਨਕ ਉਹਨਾਂ ਨਾਲ ਰਵੱਈਆ ਨਾ ਵਰਤਣ ਕਰਕੇ ਬਹੁਤ ਸਾਰੇ ਕਿਸਾਨ ਭਰਾ ਉੱਥੇ ਲੰਬੇ ਟਾਈਮ ਨਾਲ ਡਟੇ ਹੋਣ ਕਰਕੇ ਉਹਨਾਂ ਦੇ ਸਾਹਮਣੇ ਬਹੁਤ ਸਾਰੀ ਪਰੇਸ਼ਾਨੀਆਂ ਆਉਂਦੀਆਂ ਨੇ। ਉਹਨਾਂ ਪਰੇਸ਼ਾਨੀਆਂ ਕਰਕੇ ਉਹ ਉਦਾਸੀ ਵਿੱਚ ਚਲੇ ਜਾਂਦੇ ਨੇ, ਉਹਨਾਂ ਦਾ ਮੂਡ, ਜਿਹੜਾ ਇਮੋਸ਼ਨ ਹੈ, ਉਹ ਬਦਲ ਜਾਂਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਆਪਾਂ ਖੁਸ਼ੀ ਵਾਲਾ ਜੀਵਨ ਨਹੀਂ ਜੀ ਸਕਾਂਗੇ, ਜਾਂ ਮੇਰੇ ਜਿਹੜੇ ਬਹੁਤ ਸਾਰੇ ਕੰਮ ਹੈਗੇ ਆ ਉਹ ਰੁਕੇ ਪਏ ਨੇ, ਮੇਰਾ ਆਉਣ ਵਾਲਾ ਭਵਿੱਖ ਹੈ ਉਹ ਕਿਹੋ ਜਿਹਾ ਹੋਊਗਾ। ਇਹਨਾਂ ਕਾਰਨਾਂ ਕਰਕੇ ਉਹਦੇ ਵਿੱਚ ਨਿਰਾਸ਼ਾ ਆਉਂਦੀ ਹੈ ਤੇ ਉਹ
ਡਿਪਰੈਸ਼ਨ 'ਚ ਚਲਾ ਜਾਂਦਾ ਹੈ ਤੇ ਡਿਪਰੈਸ਼ਨ ਕਰਕੇ ਉਹ ਆਤਮ ਹੱਤਿਆ ਦਾ ਇੱਕ ਕਦਮ ਚੁੱਕ ਲੈਂਦਾ ਹੈ। ਜੀ ਮਜੀਦ ਜੀ। ਰਜਿੰਦਰ ਜੀ, ਜਿਸ ਤਰੀਕੇ ਨਾਲ ਇੱਕ ਪਾਸੇ ਕਿਸਾਨ ਜਿਹੜੇ ਨੇ ਪੂਰੇ ਦੇਸ਼ ਦੇ ਲਈ ਇੱਕ ਉਮੀਦ ਬਣੇ ਹੋਏ ਆ, ਜਿੱਥੇ ਮਹਿੰਗਾਈ ਦੀ ਗੱਲ ਕਰ ਰਿਹਾ, ਜਿੱਥੇ ਇਹ ਇਨਫਲੇਸ਼ਨ ਦੀ ਗੱਲ ਕਰ ਰਿਹਾ, ਜਿੱਥੇ ਇਹ ਜਿਹੜੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਨਿੰਦਾ ਕਰ ਰਹੇ ਆ, ਪਰ ਦੂਸਰੇ ਪਾਸੇ ਇਸ ਤਰ੍ਹਾਂ ਲਈਏ ਵੀ ਕਿਉਂਕਿ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਅਜਿਹੀਆਂ ਥਾਵਾਂ ਦੇ ਉੱਪਰ ਸਥਿਤੀਆਂ ਦੇ ਜਿਹੜੇ ਖਿਲਾਫ ਲੜਨਾ ਇਹ ਕੋਈ ਆਮ ਜਿਹਾ ਵਰਤਾਰਾ ਨਹੀਂ ਹੁੰਦਾ। ਜਿਹੜੇ ਕੁਝ ਬੜੇ ਉਤਸ਼ਾਹ ਵਾਲੇ ਲੋਕ ਹੁੰਦੇ ਨੇ ਉਹੀ ਇੱਧਰ ਨੂੰ ਤੁਰਦੇ ਆ, ਪਰ ਉਸ ਉਤਸ਼ਾਹ ਦੇ ਵਿੱਚੋਂ ਨਿਰਉਤਸ਼ਾਹ ਨਿਰਾਸ਼ਾ ਵੱਲ ਚਲੇ ਜਾਣਾ ਮੇਰੇ ਖਿਆਲ ਆਪੋਜੀਟ ਵਰਤਾਰਾ ਹੁੰਦਾ, ਤੇ ਇਹ ਵਰਤਾਰਾ ਉਹਨੂੰ ਖੁਦਕਸ਼ੀ ਵੱਲ ਲੈ ਜਾਂਦਾ। ਤੇ ਕੋਈ ਤੁਸੀਂ ਸਾਨੂੰ ਅਜਿਹੇ ਰਾਹ ਦੱਸੋਗੇ ਕਿ ਜਿਹੜੇ ਸਾਥੀ ਕਿਸਾਨਾਂ ਦੇ ਨਾਲ ਨੇ, ਦੂਸਰੇ ਕਿਸਾਨ, ਉਹ ਖੁਦਕਸ਼ੀ ਕਰਨ ਵਾਲੇ ਕਿਸਾਨ ਨੂੰ ਪਹਿਲਾਂ ਪਛਾਣ ਸਕਣ ਅਤੇ ਉਹਦੀ ਜਿਹੜੀ ਹੈਲਪ ਹੈ, ਪਹਿਲੀ ਤਾਂ ਗੱਲ ਹੈਗੀ ਅਸੀਂ ਉਹਨਾਂ ਨੂੰ ਪਛਾਣੀਏ ਕਿਵੇਂ ਕਿ ਇਹ ਜਿਹੜਾ ਵਿਅਕਤੀ ਹੈਗਾ ਖੁਦਕਸ਼ੀ ਵੱਲ ਜਾ ਸਕਦਾ, ਇਹਦੇ ਬਾਰੇ ਸਾਨੂੰ ਦੱਸੋ। ਜੀ ਮਜੀਦ ਜੀ, ਦੇਖੀ ਇਹ ਗੱਲ ਤੁਸੀਂ ਕਹੀ ਹੈ ਕਿ ਜਿਹੜੇ ਕਿਸਾਨ ਭਰਾ ਉੱਥੇ ਡਟੇ ਹੋਏ ਨੇ ਜਾਂ ਸੰਘਰਸ਼ ਕਰਦੇ ਹੈ ਉਹ ਵਾਸਤਵ ਮੋਟੀਵੇਟਡ ਕਿਸਾਨ ਹੁੰਦੇ ਨੇ, ਅਗਾਂਹ ਵਧੂ ਸੋਚ ਵਾਲੇ ਕਿਸਾਨ ਹੁੰਦੇ ਨੇ, ਤੇ ਘਰੋਂ ਬਾਹਰ ਜਾਣਾ ਜਾਂ ਲੰਬੇ ਟਾਈਮ ਤੱਕ ਬਾਹਰ ਰਹਿਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਬਾਰਡਰ ਤੇ ਜਾਂ ਤਾਂ ਫੌਜੀ ਲੜਦੇ ਹੁੰਦੇ ਆ ਜਾਂ ਆਪਣੇ ਜਿਹੜੇ ਕਿਸਾਨ ਭਰਾ ਹੈਗੇ ਆ ਉਹ ਉੱਥੇ ਡਟੇ ਹੋਏ ਆ, ਤੇ ਇੰਨੀ ਕੜਾਕੇ ਦੀ ਠੰਡ ਜਿੱਥੇ ਪਾਰਾ ਕਈ ਵਾਰ -ਡਿਗਰੀ ਵਿੱਚ ਵੀ ਚਲਾ ਜਾਂਦਾ ਹੈ, ਜਾਂ ਤਾਂ ਕਸ਼ਮੀਰ ਦੀ ਬਾਰਡਰ ਤੇ ਫੌਜੀ ਉਸ ਠੰਡ ਦਾ ਸਾਹਮਣਾ ਕਰਦੇ ਆ ਜਾਂ ਇਤਕੀ ਕਿਸਾਨਾਂ ਨੇ ਉਹ ਠੰਡ ਦਾ ਸਾਹਮਣਾ ਕੀਤਾ ਹੈ। ਮੈਂ ਤਾਂ ਇਹ ਕਹਾਂਗਾ ਕਿ ਕਿਸਾਨਾਂ ਨੇ ਇਸ ਠੰਡ ਦਾ ਪਹਿਲੀ ਵਾਰੀ ਸਾਹਮਣਾ ਨਹੀਂ ਕੀਤਾ ਹੈ। ਕਿਸਾਨ ਤਾਂ ਹਰ ਵੇਲੇ ਇਸ ਤਰ੍ਹਾਂ ਦੀ ਠੰਡ ਦਾ ਸਾਹਮਣਾ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਕਿਉਂਕਿ ਉਹ ਪਾਣੀ ਲਾਉਂਦਾ ਹੈ, ਖੇਤਾਂ ਨੂੰ ਪਾਣੀ ਲਾਉਂਦਾ ਹੈ, ਤਾਂ ਉਹ ਨੰਗੇ ਪੈਰੀ ਇੰਨੀ ਠੰਡ ਹੁੰਦੀ ਹੈ, ਇੰਨੀ ਰਾਤ ਦਾ ਟਾਈਮ ਹੁੰਦਾ, ਕੋਈ ਬਾਹਰ ਨਹੀਂ ਨਿਕਲਦਾ, ਤੇ ਉਹ ਪਾਣੀ ਵੀ ਲਾਉਂਦੇ ਹੈ, ਆਪਣੀ ਫਸਲਾਂ ਦੀ ਰਖਵਾਲੀ ਵੀ ਕਰਦੇ ਆ ਕਿ ਕਈ ਵਾਰ ਜੰਗਲੀ ਜਾਨਵਰ ਹੈਗੇ ਹੈ, ਆਵਾਰਾ ਪਸ਼ੂ ਹੈ, ਉਹ ਖੇਤੀਬਾੜੀ ਨੂੰ ਜਾਂ ਉਹਨਾਂ ਦੀ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹੈ, ਤਾਂ ਕਿਸਾਨ ਆਪਣੀ ਫਸਲ ਦੀ ਰਾਖੀ ਲਈ ਉੱਥੇ ਵੀ ਪਹਿਰਾ ਦਿੰਦੇ ਹੈ, ਜਿਵੇਂ ਉਹ ਦਿੱਲੀ ਤੇ ਪਹਿਰਾ ਦੇ ਰਹੇ ਨੇ। ਤਾਂ ਲੇਕਿਨ ਕੁਝ ਕਿਸਾਨ ਇਹੋ ਜਿਹੇ ਹੁੰਦੇ ਹੈ ਜਿਹੜੇ ਕਿ ਮੀਡੀਆ ਦੇ ਕੁਝ ਨਿਊਜ਼ ਕਰਕੇ ਜਾਂ ਕੁਝ ਜਿਹੜੇ ਰਾਜਨੀਤਿਕ ਕਾਰਨ ਹੁੰਦੇ ਆ, ਕੁਝ ਰਾਜਨੀਤੀ 'ਚ ਇਹੋ ਜਿਹੇ ਬੰਦੇ ਹੁੰਦੇ ਆ ਕਿ ਕੋਈ ਵੀ ਸੰਘਰਸ਼ ਹੋਵੇ ਉਹਨੂੰ ਨਾਕਾਮ ਕਰਨ ਦੀ ਉਹ ਭਰਪੂਰ ਕੋਸ਼ਿਸ਼ ਕਰਦੇ ਨੇ। ਉਹ ਉਹਨਾਂ ਕਿਸਾਨਾਂ ਨੂੰ ਫੜਦੇ ਆ ਜਿਹੜੇ ਕਿ ਨੈਗੇਟਿਵ ਸੋਚ ਵਾਲੇ ਹੁੰਦੇ ਆ, ਜਿਨ੍ਹਾਂ ਦਾ ਜਿਹੜਾ ਜ਼ਮੀਰ ਹੈਗਾ, ਜਿਹੜਾ ਦੀ ਅੰਦਰ ਦੀ ਸੋਚਣ ਦੀ ਤੇ ਡਿਸੀਜਨ ਲੈਣ ਦੀ ਪਾਵਰ ਹੈਗੀ ਹੈ ਉਹ ਕਮਜ਼ੋਰ ਹੈਗੀ ਹੈ, ਉਹਨਾਂ ਨੂੰ ਉਹ ਫੜਦੇ ਆ ਤੇ ਉਹਨਾਂ ਅੰਦਰ ਉਹ ਨੈਗੇਟਿਵਿਟੀ ਫੈਲਾ ਦਿੰਦੇ ਆ, ਤਾਂ ਕਰਕੇ ਉਹਨਾਂ ਦਾ ਜੋਸ਼ ਠੰਡਾ ਪੈ ਜਾਂਦਾ ਹੈ। ਇਹੋ ਜਿਹੇ ਕਿਸਾਨ ਜਿਹੜੇ ਹੈਗੇ ਆ ਜਿਹੜੇ ਨੈਗੇਟਿਵਿਟੀ ਨੂੰ ਫੜ ਲੈਂਦੇ ਆ, ਉਹ ਘਰੋਂ ਜਦੋਂ ਨਿਕਲੇ ਸੀ ਉਦੋਂ ਮੋਟੀਵੇਟ ਸੀਗੇ, ਲੇਕਿਨ ਲੰਬੇ ਟਾਈਮ ਬਾਅਦ ਉਹਨਾਂ ਦਾ ਮੋਟੀਵੇਸ਼ਨ ਡਾਊਨ ਹੋ ਜਾਂਦਾ ਹੈ। ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਜਿਵੇਂ ਸਟੂਡੈਂਟ ਹੈਗਾ ਪੜ੍ਹਾਈ ਕਰਦਾ ਹੈ, ਕਿ ਜਦੋਂ ਪੜ੍ਹਾਈ ਕਰਨ ਬੈਠਦਾ ਹੈ ਤਾਂ ਬਹੁਤ ਤਗੜੀ ਤਿਆਰੀ ਨਾਲ ਸ਼ੁਰੂ ਕਰਦਾ ਹੈ, ਤੇ ਕੁਝ ਟਾਈਮ ਬਾਅਦ ਉਹ ਸੋਚਦਾ ਕਿ ਮੇਰੇ ਤੋਂ ਤਾਂ ਇਹ ਟੈਸਟ ਕਲੀਅਰ ਨਹੀਂ ਹੋਣਾ ਜਾਂ ਮੇਰੇ ਤੋਂ ਇਹ ਜਿਹੜਾ ਪਰਚਾ ਹੈਗਾ ਉਹ ਕਲੀਅਰ ਹੋਣਾ ਨਹੀਂ, ਤਾਂ ਉਹ ਡੀਮੋਟੀਵੇਟ ਵੀ ਹੋ ਜਾਂਦਾ ਹੈ। ਇਹ ਹੀ ਹਾਲ ਉੱਥੇ ਕਿਸਾਨਾਂ ਦਾ ਹੁੰਦਾ ਹੈ ਕਿ ਕਾਫੀ ਦਿਨ ਹੋ ਗਏ ਨੇ ਡਟੇ ਹੋਣ ਕਰਕੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸੰਘਰਸ਼ ਸ਼ਾਇਦ ਹੋਰ ਕਿੰਨਾ ਕੁ ਲੰਬਾ ਚੱਲੂਗਾ, ਪਤਾ ਨਹੀਂ ਜਿੱਤਾਂਗੇ ਹਾਰਾਂਗੇ, ਇਸ ਤਰ੍ਹਾਂ ਦੀ ਗੱਲਾਂ ਉਹ ਸੁਣਦੇ ਆ ਜਾਂ ਮਨ 'ਚ ਆਉਣ ਲੱਗ ਜਾਂਦੀ ਹੈ, ਤਾਂ ਉਹ ਘਰ ਕਰ ਲੈਂਦੀ ਹੈ, ਬਾਰ-ਬਾਰ ਉਹ ਮਨ 'ਚ ਰਿਪੀਟ ਹੋਣ ਲੱਗ ਜਾਂਦੀ ਹੈ। ਜਿਵੇਂ ਉਹ ਫਿਲਮ ਚੱਲਦੀ ਹੈ ਟੀਵੀ ਤੇ, ਉਦਾਂ ਹੀ ਫਿਲਮ ਉਹਨਾਂ ਦੇ ਮਾਈਂਡ ਤੇ ਚੱਲਦੀ ਰਹਿੰਦੀ ਹੈ, ਉਹ ਅਨਕੌਂਸ਼ੀਅਸ ਮਾਈਂਡ ਵਿੱਚ ਰਿਪੀਟ ਹੋਣ ਲੱਗ ਜਾਂਦੀ ਹੈ। ਉਹ ਜਦੋਂ ਵੀ ਸੁਣਦੇ ਹੈ ਉਹ ਫਿਲਮ ਰਿਕਾਰਡਿੰਗ ਵੱਜਦੀ ਰਹਿੰਦੀ ਹੈ, ਜਦੋਂ ਵੀ ਉਹ ਬਹਿੰਦੇ ਹੈ ਉਹਨਾਂ ਦੀ ਰਿਕਾਰਡਿੰਗ ਉਹ ਔਨ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਕਿਸਾਨ ਹੁੰਦੇ ਜਾਂ ਕੋਈ ਵੀ ਇਨਸਾਨ ਹੈ ਇਸ ਤਰ੍ਹਾਂ ਦੀ ਜਿਹਦੇ ਅੰਦਰ ਨੈਗੇਟਿਵਿਟੀ ਦੀ ਰਿਕਾਰਡਿੰਗ ਚੱਲੂਗੀ, ਉਹ ਪਹਿਲੀ ਗੱਲ ਤਾਂ ਇਕੱਲਾ ਰਹਿਣ ਲੱਗ ਜੂਗਾ, ਉਹ ਦੂਜਿਆਂ ਨਾਲ ਗੱਲਬਾਤ ਹੈਗੀ ਹੈ ਉਹ ਕੱਟ ਕਰ ਦੂਗਾ। ਤੇ ਇਹੋ ਜਿਹਾ ਜਿਹੜਾ ਇਨਸਾਨ ਹੈ, ਕਿਸਾਨ ਹੈ, ਉਹ ਦੂਜਿਆਂ ਨਾਲ ਗੱਲ ਕਰੂਗਾ, ਉਹ ਨੈਗੇਟਿਵ ਹੀ ਗੱਲ ਕਰੂਗਾ, ਉਹ ਦੂਜਿਆਂ ਨੂੰ ਮੋਟੀਵੇਟ ਨਹੀਂ ਕਰ ਪਾਊਗਾ, ਕਿਉਂਕਿ ਉਹ ਖੁਦ ਮੋਟੀਵੇਟ ਹੈ ਨਹੀਂਗਾ। ਕਿਉਂਕਿ ਮੋਟੀਵੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਕਿ ਅਗਰ ਖੁਦ ਬੰਦਾ ਮੋਟੀਵੇਟ ਹੈਗਾ ਤਾਂ ਹੀ ਦੂਜਿਆਂ ਨੂੰ ਕਰ ਸਕਦਾ ਹੈ। ਤੇ ਜਿਹੜਾ ਨੈਗੇਟਿਵ ਵਿਚਾਰਾਂ ਵੱਲ ਤੁਰ ਪਿਆ ਜਾਂ ਨੈਗੇਟਿਵਿਟੀ ਜਿਹਦੇ ਕਰ ਗਈ ਅੰਦਰ, ਉਹ ਕਿਸਾਨ ਇਕੱਲਾ ਰਹਿਣ ਲੱਗ ਪਊਗਾ, ਦੂਜਿਆਂ ਨਾਲ ਗੱਲ ਕਰੂਗਾ ਤਾਂ ਵੀ ਉਹ ਨੈਗੇਟਿਵ ਗੱਲ ਕਰੂਗਾ, ਕਿ ਉਹ ਨਿਰਾਸ਼ਾਵਾਦੀ ਗੱਲ ਕਰਨ ਲੱਗ ਪਊਗਾ, ਤੇ ਉਹ ਇਕੱਲਾ ਰਹੂਗਾ, ਦੂਜਿਆਂ ਨਾਲ ਗੱਲਬਾਤ ਕਰਨ ਦਾ ਉਹਨੂੰ ਕੋਈ ਚਾਹ ਜਾਂ ਨਹੀਂ ਰਹੂਗਾ, ਉਸ ਦੇ ਅੰਦਰ ਕੋਈ ਜੋਸ਼ ਨਹੀਂ ਰਹੂਗਾ, ਤੇ ਕਮਰੇ ਦੇ ਅੰਦਰ ਜਾਂ ਜਿੱਥੇ ਰਹਿ ਰਿਹਾ ਉੱਥੇ ਹੀ ਰਹਿਣਾ ਪਸੰਦ ਕਰੂਗਾ, ਬਾਹਰ ਨਹੀਂ ਨਿਕਲੂਗਾ। ਤੇ ਇਸ ਤੋਂ ਅਗਲਾ ਜਿਹੜਾ ਲੱਛਣ ਆਉਂਦਾ ਇਹ ਹੁੰਦਾ ਕਿ ਉਹਦਾ ਖਾਣ ਪੀਣ ਵੱਲ ਵੀ ਧਿਆਨ ਘਟ ਜਾਂਦਾ ਹੈ, ਉਹ ਖਾਣ ਪੀਣ ਦਾ ਜਿਹੜਾ ਟਾਈਮ ਹੈ ਉਹ ਵੀ ਘਟਾ ਦਿਆ। ਜੀ ਜੀ
ਹਾਂ ਉਹ ਵੀ ਘਟਾ ਦਿੰਦੇ ਤੇ ਜਾਂ ਤਾਂ ਉਹ ਸੌਂਦਾ ਹੀ ਰਹੂਗਾ ਵੀ ਬਿਸਤਰੇ ਤੋਂ ਬਾਹਰ ਨਹੀਂ ਨਿਕਲੂਗਾ, ਜਾਂ ਉਹਨੂੰ ਨੀਂਦ ਨਹੀਂ ਆਉਣੀ। ਉਸ ਨੀਂਦ ਨਾ ਆਉਣ ਕਰਕੇ ਉਹ ਹੋਰ ਜ਼ਿਆਦਾ ਬੇਚੈਨ ਹੋ ਜਾਊਗਾ। ਇਸ ਤਰ੍ਹਾਂ ਉਹ ਜਾਂ ਤਾਂ ਬਹੁਤ ਜ਼ਿਆਦਾ ਗੱਲਾਂ ਕਰਨ ਲੱਗ ਜਾਊਗਾ ਦੂਜਿਆਂ ਨਾਲ, ਜਾਂ ਬਿਲਕੁਲ ਹੀ ਚੁੱਪ ਹੋ ਕੇ ਬੈਠ ਜਾਊਗਾ। ਤੇ ਇਸ ਵਿੱਚ ਕੁਝ ਕਿਸਾਨ ਭਰਾ ਆ ਉਹ ਦਵਾਈਆਂ ਦਾ ਜਾਂ ਡਰੱਗ ਦਾ ਜਾਂ ਨਸ਼ੇ ਦਾ ਵੀ ਸੇਵਨ ਕਰਨ ਲੱਗ ਜਾਣਗੇ। ਵੀ ਪਹਿਲਾਂ ਤਾਂ ਉਹ ਪੀਂਦਾ ਨਹੀਂ ਸੀਗਾ, ਹੁਣ ਰੋਜ਼ ਬੋਤਲ ਖੋਲੀ ਬੈਠਾ ਰਹਿੰਦਾ, ਤਾਂ ਸਮਝ ਲੈਣਾ ਚਾਹੀਦਾ ਕਿ ਕਿਤੇ ਨਾ ਕਿਤੇ ਉਹ ਡਿਪਰੈਸ਼ਨ ਵੱਲ ਜਾ ਰਿਹਾ ਹੈ। ਤੇ ਇਸ ਤਰੀਕੇ ਨਾਲ ਕੁਝ ਟਾਈਮ ਬਾਅਦ ਉਹਨੂੰ ਲੱਗਦਾ ਹੈ ਕਿ ਹੁਣ ਕੁਝ ਵੀ ਨਹੀਂ ਬਣਨਾ। ਘਰੋਂ ਵੀ ਫੋਨ ਆਉਂਦੇ ਆ, ਕੀ ਬਣਿਆ, ਉਹ ਘਰਦਿਆਂ ਨਾਲ ਵੀ ਫੋਨ ਤੇ ਗੱਲ ਕਰਨਾ ਬੰਦ ਕਰ ਦਿੰਦਾ ਹੈ। ਜਿਹੜੇ ਡਿਪਰੈਸ਼ਨ ਜਾਂ ਸੁਸਾਈਡ ਵੱਲ ਜਾਂਦੇ ਨੇ ਉਹ ਫੋਨ ਤੇ ਗੱਲ ਕਰਨਾ ਬੰਦ ਕਰ ਦਿੰਦੇ ਆ। ਪਹਿਲਾਂ ਕੁਝ ਦਿਨ ਪਹਿਲਾਂ ਉਹ ਸਾਰਾ ਸੰਪਰਕ ਹੈਗਾ ਆਪਣੇ ਸਾਥੀਆਂ ਨਾਲ, ਦੋਸਤਾਂ ਨਾਲ, ਪਰਿਵਾਰ ਵਾਲਿਆਂ ਨਾਲ, ਉਹ ਕੱਟ ਲੈਣ ਦੀ ਕੋਸ਼ਿਸ਼ ਕਰਦੇ ਆ। ਉਹ ਕੱਟ ਲੈਂਦੇ ਆ, ਪੂਰਾ ਸੰਪਰਕ ਕੱਟ ਲੈਂਦੇ ਆ, ਫੋਨ ਤੇ ਗੱਲ ਨਹੀਂ ਕਰਦੇ ਜਾਂ ਫੋਨ ਚੁੱਕਦੇ ਨਹੀਂ ਹੈਗੇ। WhatsApp ਪਹਿਲਾਂ ਬਹੁਤ ਜ਼ਿਆਦਾ ਯੂਜ਼ ਕਰਦੇ ਸੀ, ਸੋਸ਼ਲ ਮੀਡੀਆ, ਉਹ ਸੋਸ਼ਲ ਮੀਡੀਆ ਯੂਜ਼ ਨਹੀਂ ਕਰਦੇ, ਜਾਂ ਯੂਜ਼ ਕਰਨਗੇ ਤਾਂ ਉਸ 'ਚ ਜਿਹੜੀ ਪੋਸਟਾਂ ਪਾਉਣਗੇ ਉਹ ਵੀ ਡਿਪਰੈਸ਼ਨ ਵਾਲੀ ਜਾਂ ਉਦਾਸੀ ਵਾਲੀ ਪੋਸਟਾਂ ਪਾਉਣ ਲੱਗ ਜਾਂਦੇ ਆ। WhatsApp ਤੇ ਜਾਂ ਸਟੇਟਸ ਲਾਉਣਗੇ ਉਹ ਵੀ ਉਦਾਸੀ ਵਾਲੇ ਸਟੇਟਸ ਉੱਥੇ ਲਾਉਣ ਲੱਗ ਜਾਣਗੇ, ਜਾਂ ਸੋਸ਼ਲ ਮੀਡੀਆ YouTube ਤੇ ਕੋਈ Song ਸੁਣਨਗੇ ਉਹ ਵੀ ਉਦਾਸੀ ਵਾਲੇ ਜਾਂ ਸੈਡ Song ਉਹ ਸੁਣਨ ਲੱਗ ਪੈਣਗੇ। ਹੋਰ ਕੋਈ ਮੋਟੀਵੇਸ਼ਨ ਵਾਲੇ Song ਜਾਂ ਵੀਡੀਓਜ਼ ਉਹ ਨਹੀਂ ਵੇਖਣਗੇ, ਉਹ ਸਿਰਫ ਸੈਡ Song ਹੀ ਸੁਣਦੇ ਜਾਂ ਸੈਡ ਜਿਹੜੀ ਚੀਜ਼ਾਂ ਉਹ ਹੀ ਫੜਦੇ ਰਹਿੰਦੇ ਆ। ਤਾਂ ਇਸ ਤਰ੍ਹਾਂ ਦਾ ਕਿਸੇ ਵੀ ਸਾਥੀ ਨੂੰ ਪਤਾ ਲੱਗਦਾ ਹੈ ਕਿ ਕੋਈ ਭਰਾ ਇਸ ਤਰ੍ਹਾਂ ਦਾ ਕਰ ਰਿਹਾ ਹੈ ਤਾਂ ਸਮਝ ਲੈਣਾ ਚਾਹੀਦਾ ਕਿ ਉਹ ਹੌਲੀ ਹੌਲੀ ਡਿਪਰੈਸ਼ਨ ਵੱਲ ਜਾ ਰਿਹਾ ਹੈ ਤੇ ਆਉਣ ਵਾਲੇ ਟਾਈਮ 'ਚ ਉਹ ਕਦੋਂ ਵੀ ਖੁਦਕੁਸ਼ੀ ਕਰ ਸਕਦਾ ਹੈ। ਤੇ ਮਜੀਦ ਜੀ ਮੈਂ ਵੇਖਿਆ ਕਿ ਕਈ ਵਾਰ ਇਨਸਾਨ ਮਨ ਹੀ ਮਨ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਉਹ ਇੱਕ ਟਾਈਮ ਫਿਕਸ ਕਰ ਲੈਂਦਾ ਹੈ ਜਾਂ ਕੋਈ ਇੱਕ ਮਨ ਤੇ ਬਿਠਾ ਲੈਂਦਾ ਕਿ ਮੈਂ ਫਲਾਣੇ ਦਿਨ ਜਾਂ ਇਸ ਤਰ੍ਹਾਂ ਨਾਲ ਮੈਂ ਖੁਦਕੁਸ਼ੀ ਕਰਨੀ ਹੈ। ਉਹ ਗੱਲ ਉਸ ਨੂੰ ਵੀ ਪਤਾ ਹੁੰਦੀ ਹੈ, ਕਿਸੇ ਹੋਰ ਨੂੰ ਨਹੀਂ ਪਤਾ ਹੁੰਦੀ, ਤੇ ਉਸ ਲਈ ਉਹ ਤਿਆਰੀ ਕਰਨੀ ਸਟਾਰਟ ਕਰ ਦੂਗਾ। ਉਸ ਲਈ ਉਹ ਤਿਆਰੀ ਕਰ ਰਿਹਾ ਹੁੰਦਾ ਹੈ ਤੇ ਅਗਰ ਉਹਦੇ ਵਿਚਾਲੇ ਕੋਈ ਡਿਸਟਰਬ ਉਹਨੂੰ ਕਰ ਦੇਵੇ ਤਾਂ ਉਹਦੀ ਉਹ ਕੜੀ ਹੈ ਜਿਹੜੀ ਚੇਨ ਆਊਟ ਉੱਠ ਜਾਂਦੀ ਹੈ ਤੇ ਉਹ ਖੁਦਕੁਸ਼ੀ ਨਹੀਂ ਕਰਦਾ। ਮੈਂ ਵੇਖਿਆ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਹੈ ਕਿ ਉਹ ਖੁਦਕੁਸ਼ੀ ਕਰਨ ਨੂੰ ਤੁਰ ਵੀ ਪਏ ਸੀਗੇ ਤੇ ਵਿਚਾਲੇ ਕਿਸੇ ਨੇ ਉਹਨੂੰ ਰੋਕ ਲਿਆ ਜਾਂ ਉਹਨਾਂ ਦਾ ਧਿਆਨ ਇੱਧਰ ਉੱਧਰ ਨੂੰ ਹੋ ਗਿਆ, ਕਿਸੇ ਹੋਰ ਵੱਲ ਧਿਆਨ ਚਲਾ ਗਿਆ ਤੇ ਉਹ ਇਮੋਸ਼ਨ ਬਦਲ ਜਾਂਦਾ ਹੈ ਤੇ ਉਹ ਖੁਦਕੁਸ਼ੀ ਨੂੰ ਵੀ ਕਈ ਵਾਰ ਡਿਲੇ ਕਰ ਦਿੰਦੇ ਕਿ ਬਾਅਦ 'ਚ ਵੇਖਾਂਗੇ, ਤੇ ਬਾਅਦ 'ਚ ਵੇਖਦੇ ਵੇਖਦੇ ਉਹ ਕਦੇ ਕਰਦੇ ਵੀ ਨਹੀਂ। ਤਾਂ ਇਸੇ ਲਈ ਦੂਜੇ ਸਾਥੀਆਂ ਦਾ ਫਰਜ਼ ਬਣਦਾ ਹੈ ਕਿ ਉਹਨੂੰ ਹੱਲਾਸ਼ੇਰੀ ਵਾਲੀ ਗੱਲਾਂ ਹੈਗੀਆਂ, ਦੂਜੀ ਵਧੀਆ ਵਧੀਆ ਗੱਲਾਂ ਹੈਗੀਆਂ ਉਹ ਸੁਣਾਈਆਂ ਜਾਣ। ਇਸ ਤਰ੍ਹਾਂ ਦੇ ਬੰਦੇ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ, ਉਹਨੂੰ ਨਾਲ ਰੱਖਿਆ ਜਾਵੇ। ਇਸ ਤਰ੍ਹਾਂ ਦੇ ਕੁਝ ਲੱਛਣ ਹੈਗੇ ਜਿਨ੍ਹਾਂ ਨੂੰ ਪਛਾਣ ਕੇ ਆਪਾਂ ਇੱਕ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਤੇ ਇੱਕ ਜ਼ਿੰਦਗੀ ਨੂੰ ਨਹੀਂ ਬਚਾਉਂਦੇ, ਆਪਾਂ ਇੱਕ ਪਰਿਵਾਰ ਨੂੰ ਬਚਾ ਸਕਦੇ ਹਾਂ, ਕਿਉਂਕਿ ਮਾਂ ਪਿਓ ਦੀ ਅਹਿਮੀਅਤ ਉਹੀ ਇਨਸਾਨ ਜਾਣ ਸਕਦਾ ਹੈ ਜਿਹਦੇ ਮਾਂ ਪਿਓ ਹੈ ਨਹੀਂਗੇ। ਤਾਂ ਆਪਾਂ ਕਿਸਾਨ ਹੈਗਾ, ਉਹ ਕਿਸੇ ਦਾ ਪਿਓ ਵੀ ਹੈਗਾ, ਕਿਸੇ ਦਾ ਭਰਾ ਵੀ ਹੈਗਾ, ਕਿਸੇ ਦਾ ਬੇਟਾ ਵੀ ਹੈਗਾ, ਤਾਂ ਆਪਾਂ ਇੱਕ ਪਰਿਵਾਰ ਦੀ ਰੱਖਿਆ ਕਰ ਸਕਦੇ ਹਾਂ ਅਗਰ ਇੱਕ ਡਿਪਰੈਸ਼ਨ ਵਾਲੇ ਦੀ ਜਾਂ ਇੱਕ ਸੁਸਾਈਡ ਕਰਨ ਜਾ ਰਹੇ ਬੰਦੇ ਦੀ ਅਗਰ ਆਪਾਂ ਮਦਦ ਕਰਤੀਏ। ਜੀ ਮਜੀਦ ਜੀ। ਰਜਿੰਦਰ ਜੀ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇਹਦੀਆਂ ਅਲਾਮਤਾਂ ਜਿਹੜੀਆਂ ਹੈਗੀਆਂ ਨੇ, ਪਹਿਲੇ ਨੰਬਰ ਤੇ ਤਾਂ ਸਾਨੂੰ ਅਲਾਮਤਾਂ ਤੇ ਹੀ ਫੋਕਸ ਕਰਨਾ ਚਾਹੀਦਾ ਕਿ ਜੇ ਕੋਈ ਕਿਸਾਨ ਅਲੱਗ-ਅਲੱਗ ਰਹਿ ਰਿਹਾ, ਜੇ ਕੋਈ ਚੁੱਪਚਾਪ ਜਾ ਰਹਿ ਰਿਹਾ, ਜੇ ਕੋਈ ਇਹ ਗੱਲਾਂ ਕਰ ਰਿਹਾ ਕਿ ਸਰਕਾਰ ਮੰਨੇਗੀ ਨਹੀਂ ਮੰਨੇਗੀ, ਜੇ ਕੋਈ ਕਿਸਾਨ ਅਜਿਹੀਆਂ ਗੱਲਾਂ ਕਰ ਰਿਹਾ ਕਿ ਉਹਦੇ ਪਿੱਛੇ ਖੇਤਾਂ ਦਾ ਕੀ ਹੋਏਗਾ, ਤਾਂ ਅਸੀਂ ਨਾਲ ਦੇ ਸਾਥੀਆਂ ਨੂੰ ਦੇਖ ਲੈਣਾ ਚਾਹੀਦਾ ਕਿ ਇਹਨੂੰ ਡਿਪਰੈਸ਼ਨ ਆ ਰਹੀ ਹੈ ਤੇ ਡਿਪਰੈਸ਼ਨ ਕਿਸੇ ਵੇਲੇ ਵੀ ਜਿਹੜੀ ਹੈਗੀ ਸੁਸਾਈਡ ਦੇ ਵਿੱਚ ਤਬਦੀਲ ਹੋ ਸਕਦੀ ਹੈ। ਜੇਕਰ ਕਿਸੇ ਕਿਸਾਨ ਨੂੰ, ਕਿਸੇ ਭਰਾ ਨੂੰ ਅਜਿਹੀਆਂ ਅਲਾਮਤਾਂ ਆਉਂਦੀਆਂ ਨੇ ਤੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਉਹ ਮਾਨਸਿਕ ਤੌਰ ਤੇ ਇੱਕ ਪੀੜਾ ਦੇ ਵਿੱਚ ਦੀ ਲੰਘ ਰਿਹਾ ਤੇ ਅਸੀਂ ਉਹਦੀ ਹੈਲਪ ਕਰਨੀ ਆ। ਤੇ ਇਹ ਹੈਲਪ ਜਿਹੜੀ ਹੈਗੀ ਆ, ਰਜਿੰਦਰ ਜੀ ਤੁਸੀਂ ਸਾਨੂੰ ਦੱਸੋ ਕਿ ਜਿਹੜੇ ਨਾਲ ਦੇ ਕਿਸਾਨ ਹੈਗੇ ਨੇ, ਜਦੋਂ ਉਹਨਾਂ ਨੇ ਪਛਾਣ ਲਿਆ ਉਸ ਕਿਸਾਨ ਨੂੰ ਕਿ ਹਾਂ ਯਾਰ ਇਹ ਜਿਹੜਾ ਹੈਗਾ ਇਹ ਜਿਹੜੇ ਉਦਾਸੀ ਰੋਗ ਦੇ ਵਿੱਚ ਦੀ ਲੰਘ ਰਿਹਾ, ਇਹ ਸੁਸਾਈਡ ਵੱਲ ਨੂੰ ਜਾ ਸਕਦਾ, ਜਿਹੜੇ ਨਾਲ ਦੇ ਕਿਸਾਨ ਨੇ ਉਹ ਕੀ ਇਹਤਿਆਤ ਵਰਤ ਸਕਦੇ ਆ ਤਾਂ ਕਿ ਜਾਂ ਉਹਨੂੰ ਕਿਸ ਤਰੀਕੇ ਨਾਲ ਇਨਵੋਲਵ ਕਰ ਸਕਦੇ ਆ ਤਾਂ ਕਿ ਜਿਹੜਾ ਉਹ ਇਸ ਵੱਲ ਨੂੰ ਜਾ ਰਿਹਾ ਉਹ ਉਤਸ਼ਾਹ ਵੱਲ ਨੂੰ ਜਾਵੇ, ਉਹਦੇ ਲਈ ਕੀ ਸਟੈਪ ਜਿਹੜੇ ਹੈਗੇ ਨੇ ਉਹ ਆਪਣੇ ਪੱਧਰ ਤੇ ਵਰਤ ਸਕਦੇ ਆ। ਜੀ ਜੀ ਬਹੁਤ ਵਾਜਿਬ ਤੁਸੀਂ ਸਵਾਲ ਪੁੱਛਿਆ ਤੇ ਇਹ ਜਿਹੜਾ ਸਵਾਲ ਪੁੱਛਿਆ ਇਹ ਇਕੱਲੇ ਕਿਸਾਨ ਭਰਾਵਾਂ ਲਈ, ਹਰ ਉਸ ਇਨਸਾਨ ਲਈ ਜ਼ਰੂਰੀ ਹੈਗਾ ਜਿਹੜਾ ਉਦਾਸੀ 'ਚ ਜੀ ਰਿਹਾ, ਡਿਪਰੈਸ਼ਨ 'ਚ ਜੀ ਰਿਹਾ। ਤੇ ਜਦੋਂ ਲੱਗਦਾ ਕਿ ਇਸ ਤਰ੍ਹਾਂ ਦੇ ਲੱਛਣ ਹੈਗੇ ਆ ਕਿਸੇ ਕਿਸਾਨ ਭਰਾ 'ਚ, ਤੇ ਸਾਥੀਆਂ ਦਾ ਇਹ ਫਰਜ਼ ਬਣਦਾ ਹੈ ਕਿ ਸਭ ਤੋਂ ਜਿਹੜੀ ਵਧੀਆ ਮੈਡੀਸਿਨ ਹੈ, ਜਿਹਨੂੰ ਮੈਡੀਸਿਨ ਵੀ ਕਿਹਾ ਜਾਂਦਾ ਹੈ ਕਿ ਆਪਾਂ ਕਿਸੇ ਨੂੰ ਦਵਾਈ ਦੇ ਰਹੇ ਹਾਂ, ਉਹ ਹੈ ਲਿਸਨਿੰਗ, ਉਹ ਹੈ ਸ਼ੇਅਰਿੰਗ, ਕਿ ਉਹਨੂੰ ਸੁਣਿਆ ਜਾਵੇ। ਇਹ ਸੁਣਨਾ ਵੀ ਇੱਕ ਕਲਾ ਹੈਗੀ ਹੈ, ਉਹਨੂੰ ਸੁਣਨਾ ਹੈਗਾ, ਦਿਮਾਗ ਨਾਲ ਨਹੀਂ ਸੁਣਨਾ, ਕਿ ਉਹਦੇ ਵਰਡ ਤੇ ਨਹੀਂ ਜਾਣਾ ਕਿ ਉਹ ਕੀ ਕਹਿ ਰਿਹਾ ਹੈ,
ਉਹ ਉਹਨੂੰ ਦਿਲੋਂ ਸੁਣਨਾ ਹੈਗਾ, ਉਹਦੀ ਫੀਲਿੰਗ ਨੂੰ ਸਮਝਣਾ ਹੈ। ਅੱਜ ਕੱਲ ਦੁਨੀਆ ਵਿੱਚ, ਦੇਸ਼ ਵਿੱਚ ਸਰੋਤਿਆਂ ਦੀ ਬਹੁਤ ਘਾਟ ਹੈਗੀ ਹੈ। ਬੋਲ ਤਾਂ ਹਰ ਕੋਈ ਲੈਂਦਾ ਹੈ, ਲੇਕਿਨ ਸੁਣਨਾ ਬਹੁਤ ਜ਼ਰੂਰੀ ਹੁੰਦਾ ਹੈ, ਤੇ ਸੁਣਨਾ ਵੀ ਦਿਲੋਂ। ਉਹਨੂੰ ਕਹਿੰਦੇ ਆ ਸਾਈਕੋਲੋਜੀ ਵਿੱਚ ਇੰਪੈਥਿਕ ਲਿਸਨਿੰਗ ਕਰਨੀ ਹੈ, ਦਿਲੋਂ ਸੁਣਨਾ ਹੈ, ਉਹਨੂੰ ਮਹਿਸੂਸ ਕਰਨਾ ਹੈ ਕਿ ਸਾਹਮਣੇ ਵਾਲਾ ਕਹਿ ਰਿਹਾ, ਉਸ ਚੀਜ਼ ਨੂੰ ਮਹਿਸੂਸ ਵੀ ਕਰਨਾ ਹੈ ਆਪਣੇ ਉੱਤੇ ਲੈ ਕੇ ਕਿ ਮੈਂ ਇਸ ਚੀਜ਼ ਨੂੰ ਫੀਲ ਕਰ ਰਿਹਾ। ਵਰਨਾ ਲੋਕੀ ਕੀ ਕਰਦੇ ਆ ਕਿ ਪਤਾ ਲੱਗਿਆ ਕਿ ਇਹ ਉਦਾਸੀ 'ਚ ਹੈਗਾ, ਡਿਪਰੈਸ਼ਨ 'ਚ ਹੈਗਾ, ਉਹ ਕੀ ਕਰਨਗੇ, ਉਹਨੂੰ ਉਪਦੇਸ਼ ਦੇਣ ਲੱਗ ਪੈਣਗੇ, ਉਹਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਬੰਦਾ ਅੰਦਰੋਂ ਕਹਿ ਰਿਹਾ ਹੁੰਦਾ ਹੈ ਕਿ ਇਹਨਾਂ ਸਾਰੀਆਂ ਗੱਲਾਂ ਦਾ ਤਾਂ ਮੈਨੂੰ ਪਤਾ ਹੈਗਾ, ਮੇਰਾ ਜਿਹੜਾ ਦਰਦ ਹੈ ਉਹਨੂੰ ਸਮਝਣ ਦੀ ਲੋੜ ਹੈ, ਨਾ ਕਿ ਮੈਨੂੰ ਉਪਦੇਸ਼ ਦੇਣ ਦੀ ਜਾਂ ਲੈਕਚਰ ਦੇਣ ਦੀ ਲੋੜ ਹੈਗੀ ਹੈ। ਕਿਉਂਕਿ ਸਾਰੇ ਜਿਹੜੇ ਬੰਦੇ ਮਿਲਦੇ ਮੈਨੂੰ ਦੇਖਿਆ ਕਿ ਉਹ ਉਹਨੂੰ ਸਮਝਾਉਂਦੇ ਹੀ ਰਹਿੰਦੇ ਆ, ਉਹਨੂੰ ਸਾਰੇ ਸਮਝਾਣਗੇ, ਤੂੰ ਏਦਾਂ ਕਰ ਲੈ, ਇਹ ਤਾਂ ਕੋਈ ਵੱਡੀ ਗੱਲ ਹੈ ਨਹੀਂ, ਇਹ ਤਾਂ ਉਹੀ ਹੈ। ਉਹਨੂੰ ਮੋਟੀਵੇਟ ਕਰਨ ਦੀ ਜਾਂ ਉਹਨੂੰ ਹੱਲਾਸ਼ੇਰੀ ਇਸ ਤਰੀਕੇ ਦੀ ਦੇਣਗੇ ਕਿ ਉਹਨੂੰ ਲੱਗੂਗਾ ਕਿ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਤਾਂ ਸਭ ਤੋਂ ਪਹਿਲਾ ਫਰਜ਼ ਬਣਦਾ ਕਿ ਉਹਨੂੰ ਦਿਲੋਂ ਸੁਣਿਆ ਜਾਵੇ, ਉਹਨੂੰ ਕੱਲੇ ਨੂੰ ਬਿਠਾ ਕੇ ਉਹਨੂੰ ਘੰਟੇ ਸੁਣਨਾ ਪਊਗਾ, ਤੇ ਸੁਝਾਅ ਦੇਣਾ ਪਵੇ ਤਾਂ ਕੁਝ ਲਾਈਨਾਂ ਵਿੱਚ ਸੀਮਿਤ ਸ਼ਬਦਾਂ ਵਿੱਚ ਸੁਝਾਅ ਦੇਣਾ ਹੈ। ਜ਼ਿਆਦਾ ਤੋਂ ਜ਼ਿਆਦਾ ਉਹਨੂੰ ਮੋਟੀਵੇਟ ਕਰਨਾ ਹੈ ਬੋਲਣ ਲਈ, ਕਿ ਉਹ ਬੋਲਦਾ ਰਹੇ। ਅਗਰ ਇੱਕ ਵਾਰੀ ਉਹ ਬੋਲਣ ਲੱਗ ਪਿਆ ਤੇ ਉਹਨੂੰ ਕੁਝ ਘੰਟੇ ਤੁਸੀਂ ਸੁਣ ਲਿਆ ਤਾਂ ਸਮਝੋ ਤੁਸੀਂ ਉਹਨੂੰ ਬਾਹਰ ਕੱਢਤਾ, ਕਿਉਂਕਿ ਅੰਦਰ ਦਬੀ ਪਈ ਸੀ ਜਿਹੜੀਆਂ ਗੱਲਾਂ, ਅੰਦਰ ਜਿਹੜੀ એનર્ਜੀ ਦਬੀ ਪਈ ਸੀ, ਜਿਹੜੀ ਫੀਲਿੰਗ ਅੰਦਰ ਬਲੌਕ ਹੋ ਗਈ ਸੀਗੀ, ਜਿਹੜੀ ਫੀਲਿੰਗ ਵਿੱਚ ਅੰਦਰ ਹੀ ਅੰਦਰ ਸਪਰੈਸ ਹੋ ਰਹੀ ਸੀ, ਉਹ ਜਦੋਂ ਬੋਲਣ ਲੱਗੂਗਾ, ਆਪਣੀ ਫੀਲਿੰਗ ਨੂੰ ਐਕਸਪ੍ਰੈਸ ਕਰੂਗਾ ਤਾਂ ਬਾਹਰ ਨਿਕਲ ਜਾਣਗੇ, ਤੇ ਉਹ ਹਲਕਾਪਨ ਮਹਿਸੂਸ ਕਰੂਗਾ। ਉਹਨੂੰ ਲੱਗੂਗਾ ਕਿ ਹੁਣ ਬਸ ਰਿਲੈਕਸ ਹੋ ਗਏ, ਉਹ ਖੁਦ ਬੰਦਾ ਮੋਟੀਵੇਟ ਹੋ ਜਾਊਗਾ। ਉਹਨੂੰ ਮੋਟੀਵੇਟ ਕਰਨ ਦੀ ਲੋੜ ਹੀ ਨਹੀਂ ਪੈਣੀ, ਉਹ ਆਪਣੇ ਆਪ ਹੋ ਜਾਊਗਾ, ਕਿਉਂਕਿ ਹਲਕਾ ਹੋ ਗਿਆ। ਆਪਾਂ ਹੁਣ ਦੇਖੀਏ ਕਿ ਕਿਸੇ ਦੇ ਸਿਰ ਦੇ ਉੱਤੇ 50 ਕਿਲੋ ਦਾ ਆਪਾਂ ਘਟਾ ਰੱਖ ਦਿਆ, ਜਿਵੇਂ ਕਿਸਾਨ ਭਰਾ ਤਾਂ ਸਮਝਦੇ ਹੀ ਹੈ, ਉਹਨੂੰ ਆਪਾਂ ਕਹੀਏ ਕਿ ਤੂੰ ਮਹਿਸੂਸ ਕਰ ਕਿ ਤੂੰ, ਤੇਰੇ ਤੇ ਪਾਰ ਹੈ ਹੀ ਨਹੀਂਗਾ, ਜਾਂ ਉਹਨੂੰ ਆਪਾਂ ਕਹੀਏ ਕਿ ਤੂੰ ਤਾਂ ਬਹੁਤ ਸਟਰੋਂਗ ਹੈਗਾ, ਤੇਰੇ ਅੰਦਰ ਤਾਂ ਸ਼ਕਤੀ ਹੈਗੀ ਹੈ, ਤੂੰ ਤਾਂ ਐਵੇਂ ਕਰ ਸਕਦਾ ਹੈ, ਉਵੇਂ ਕਰ ਸਕਦਾ, ਉਹ ਬੰਦਾ ਕਹੂਗਾ ਯਾਰ ਪਤਾ ਮੈਨੂੰ ਵੀ ਸਭ ਕੁਝ ਹੈ, ਮੈਂ ਕਰ ਸਕਦਾ, ਲੇਕਿਨ ਮੇਰੇ ਹੁਣ ਸਿਰ ਤੇ ਤਾਂ ਇਹ ਬੋਝ ਪਿਆ, ਇਹਨੂੰ ਲਾਉਣ ਦੀ ਲੋੜ ਹੈ, ਨਾ ਕਿ ਮੈਨੂੰ ਮੋਟੀਵੇਟ ਕਰਨ ਦੀ ਪਹਿਲਾਂ ਲੋੜ ਹੈਗੀ ਹੈ। ਤਾਂ ਉਹਦਾ ਆਪਾਂ ਬੋਝ ਲਾਈਏ, ਉਹ ਬੋਝ ਲੱਥੂਗਾ ਸੁਣਨਾ ਹੈ, ਉਹਨੂੰ ਦਿਲੋਂ ਸੁਣਨਾ ਹੈ। ਬਸ ਇਹ ਮੰਤਰ ਹੈਗਾ, ਬਹੁਤ ਜ਼ਿਆਦਾ ਮੰਤਰਾਂ ਦੀ ਲੋੜ ਨਹੀਂ ਹੁੰਦੀ, ਉਹਦੇ ਨਾਲ ਬਹੁਤ ਜ਼ਿਆਦਾ ਐਕਸਪੈਰੀਮੈਂਟ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਕਈ ਵਾਰੀ ਜਿਹੜੇ ਸਾਥੀ ਬੰਦੇ ਹੁੰਦੇ ਆ ਉਹ ਕੋਸ਼ਿਸ਼ ਤਾਂ ਸਹੀ ਕਰ ਰਹੇ ਹੁੰਦੇ ਆ, ਲੇਕਿਨ ਉਹਦਾ परिणाम ਕਈ ਵਾਰ ਗਲਤ ਆ ਜਾਂਦਾ। ਤਾਂ ਉਹਨਾਂ ਨੂੰ ਇੱਕੋ ਹੀ ਕੰਮ ਕਰਨਾ, ਸੁਣਨਾ ਹੈ, ਤੇ ਦੂਜਾ ਉਹ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਆ। ਜਿਵੇਂ ਬਾਰਡਰ ਤੇ ਬਹੁਤ ਸਾਰੇ ਕਾਉਂਸਲਰ ਹੈਗੇ ਆ, ਸਾਈਕੋਲੋਜਿਸਟ ਹੈਗੇ ਆ, ਥੈਰੇਪਿਸਟ ਹੈਗੇ ਆ, ਉਹ ਵੀ ਉੱਥੇ ਆਪਣੀ ਸੇਵਾਵਾਂ ਦੇ ਰਹੇ ਨੇ, ਉਹਨਾਂ ਤੋਂ ਵੀ ਸੇਵਾਵਾਂ ਲਿੱਤੀਆਂ ਜਾ ਸਕਦੀਆਂ ਨੇ। ਜੀ ਮਨਜੀਤ ਜੀ। ਰਜਿੰਦਰ ਜੀ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਹੈਗਾ ਕਿ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਬੋਲਣ ਦਈਏ, ਅਸੀਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਣੀਏ। ਜੇ ਅਸੀਂ ਪੰਜਾਬੀ ਦੇ ਵਿੱਚ ਇਸ ਨੂੰ ਕਹੀਏ ਤਾਂ ਕਈ ਵਾਰੀ ਆਮ ਸਿਆਣੇ ਸਾਡੇ ਕਹਿੰਦੇ ਹੁੰਦੇ ਨੇ ਕਿ ਇਹਨੂੰ ਆਪਣਾ ਗੁੱਬ ਘਬਾਟ ਕੱਢ ਲੈਣ ਦਿਓ, ਜਿਹੜਾ ਜੋ ਵੀ ਇਸ ਦੇ ਅੰਦਰ ਪਿਆ ਹੈਗਾ ਉਹਨੂੰ ਆਪਣਾ ਗੁੱਬ ਘਬਾਟ ਕੱਢ ਲੈਣ ਦਿਓ, ਕਿਉਂਕਿ ਜਦੋਂ ਉਹਨੇ ਗੁੱਬ ਘਬਾਟ ਕੱਢ ਲਿਆ ਤਾਂ ਉਹ ਰਿਲੈਕਸ ਹੋ ਜਾਏਗਾ, ਤੇ ਜਦੋਂ ਰਿਲੈਕਸ ਹੋ ਗਿਆ ਤਾਂ ਅਸੀਂ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਹੈਗਾ ਕਿ ਉਹਦੇ ਨਾਲ ਜੇ ਅਸੀਂ ਗੱਲ ਵੀ ਕਰਨੀ ਆ ਤਾਂ ਅਸੀਂ ਉਪਦੇਸ਼ ਨਹੀਂ ਦੇਣੇ, ਉਹ ਸਵਾਲ ਜਵਾਬ ਮਾੜੇ ਮੋਟੇ ਕੀਤੇ ਜਾ ਸਕਦੇ ਆ। ਬਈ ਜੇ ਤੂੰ ਇਸ ਤਰ੍ਹਾਂ ਸੋਚ ਰਿਹਾ ਤਾਂ ਕਿਉਂ ਸੋਚ ਰਿਹਾ, ਬਿਲਕੁਲ ਛੋਟੇ ਛੋਟੇ ਉਸਦੇ ਨਾਲ ਸਵਾਲ ਕਰਨੇ ਨੇ, ਤੇ ਕੋਈ ਜਿਹੜਾ ਲੈਕਚਰ ਹੈਗਾ ਉਹ ਨਹੀਂ ਦੇਣਾ ਹੈਗਾ। ਜੇ ਅਸੀਂ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਹੈਗਾ ਕਿ ਜੇ ਅਸੀਂ ਉਹਦੇ ਨਾਲ ਜੇ ਮੋਟੀਵੇਸ਼ਨ ਵੀ ਗੱਲ ਕਰਨੀ ਆ ਤਾਂ ਵੀ ਕੋਈ ਅਜਿਹੀ ਗੱਲ ਨਹੀਂ ਕਰਨੀ ਜਿਹੜੀ ਉਹਦੇ ਨਾਲ ਲਿੰਕਡ ਹੋਵੇ। ਜਿਹੜੀ ਜੇ ਕੋਈ ਕਹਾਣੀ ਵੀ ਸੁਣਾਉਣੀ ਆ ਤਾਂ ਵੀ ਕੋਈ ਵਰਲਡ ਦੀ ਸੁਣਾਉਣੀ ਆ, ਸੰਘਰਸ਼ ਦੀ ਸੁਣਾਉਣੀ ਆ, ਸਫਲਤਾਵਾਂ ਦੀ ਸੁਣਾਉਣੀ ਆ ਤਾਂ ਆਮ ਸੁਣਾਉਣੀ ਆ। ਇਹ ਨਾ ਹੋਵੇ ਉਸ ਵਿਅਕਤੀ ਦੇ ਉੱਪਰ, ਕਿਉਂਕਿ ਉਹ ਪਹਿਲਾਂ ਬੜਾ ਬੋਝ ਲਈ ਬੈਠਾ, ਤੇ ਇਹ ਨਾ ਹੋਵੇ ਕਿ ਉਹਦੇ ਉੱਪਰ ਹੋਰ ਬੋਝ ਲੱਦਿਆ ਜਾਵੇ। ਤੇ ਮੈਨੂੰ ਲੱਗਦਾ ਤੁਸੀਂ ਜਿਹੜੀਆਂ ਸਾਡੇ ਨਾਲ ਗੱਲਾਂ ਇਸ ਸੰਬੰਧ ਦੇ ਵਿੱਚ ਰੱਖੀਆਂ ਨੇ ਬੜੀਆਂ ਜਿਹੜੀਆਂ ਕਿ ਮੁੱਲਵਾਨ ਹੋਣਗੀਆਂ, ਤੇ ਕਿਸੇ ਨਾ ਕਿਸੇ ਜਿਹੜਾ ਕਿ ਇਸ ਡਿਸਟ੍ਰੈਸ ਦੇ ਵਿੱਚ ਦੀ ਲੰਘ ਰਿਹਾ ਵਿਅਕਤੀ ਹੈਗਾ, ਉਹਦੇ ਜਿਹੜੇ ਨਾਲ ਦੇ ਸਾਥੀ ਹੈਗੇ ਨੇ, ਉਹ ਇਹਨਾਂ ਗੱਲਾਂ ਨੂੰ ਸਮਝ ਕੇ ਤੇ ਉਹਦੀ ਮਦਦ ਕਰ ਪਾਉਣਗੇ। ਤੇ ਮੇਰੇ ਖਿਆਲ ਦੇ ਵਿੱਚ ਜਿੱਥੇ ਤੱਕ ਗੱਲ ਹੈਗੀ ਆ ਰਜਿੰਦਰ ਜੋਧਪੁਰੀਆ ਜੀ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਮਾਹਰ ਕਾਉਂਸਲਰ ਨੇ, ਇਸ ਵਿਸ਼ੇ ਦੇ ਜਿਹੜੇ ਕਿ ਮਾਹਰ ਨੇ, ਤੇ ਇਸ ਡਿਸਟ੍ਰੈਸ ਦੇ ਬਾਰੇ ਦੇ ਵਿੱਚ ਜੇਕਰ ਇਹਨਾਂ ਦੀਆਂ ਕੋਈ ਸੇਵਾਵਾਂ ਦੀ ਲੋੜ ਹੈਗੀ ਆ ਤਾਂ ਮੇਰੇ ਖਿਆਲ ਦੇ ਵਿੱਚ ਇਹ ਵੀ ਹਮੇਸ਼ਾ ਹਾਜ਼ਰ ਰਹਿਣਗੇ। ਇਸ ਤੋਂ ਬਿਨਾਂ ਰਜਿੰਦਰ ਜੀ, ਤੁਸੀਂ ਕੋਈ ਖਾਸ ਜਿਹੜਾ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋਵੋ ਤਾਂ ਕਿਰਪਾ ਕਰਕੇ ਉਹ ਵੀ ਸਾਡੇ ਨਾਲ ਸ਼ੇਅਰ ਕਰੋ।
ਜੀ ਮਜੀਦ ਜੀ, ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਸਾਰੇ ਕਿਸਾਨ ਭਰਾਵਾਂ ਨੂੰ कि माना कि अंधेरा घना है, माना कि अंधेरा घना है, पर दीप जलाना कब मना है, दीप जलाना कब मना है। देखिए कि अंधेरी रात कितनी भी हो, सूर्योदय जरूर होता है। संघर्ष कितना ही लंबा क्यों ना हो, अंत उसका जरूर होता है। तो किसान भाई पूरे देश के लिए लड़ रहे हैं, किसान हर इंसान के लिए लड़ रहे हैं, क्योंकि किसान आधार है। कहा भी गया कि जय जवान जय किसान जय विज्ञान, तो उसमें किसान का नाम जरूर आता है। और भारत तो है ही कृषि प्रधान देश, तो इसमें अगर किसान मजबूत है तो देश मजबूत है। तो किसान का संघर्ष पूरे देश का संघर्ष है। और किसानों के साथ अगर कोई ज्यादती होती है तो वो हर इंसान की जाती है। तो मैं यही संदेश सभी जो ये वीडियो देखेंगे, आप चाहे सोशल मीडिया पर कहीं पर भी ये वीडियो मिले, तो जितनी भी सहायता हो पाए, जितनी भी मदद हो पाए, वो किसान भाइयों की जाए, क्योंकि किसान इस देश का आधार है। और हम जो खाना खाते हैं, रोटी खाते हैं, जहां से भी हमें कुछ भी मिलता है, वो सब कुछ किसानों की देन है। अब अगर आप अपने घर में देखिए कि अगर आपकी पत्नी या बच्चे या कोई वाइफ या किसी की बहन खाना बनाती है, अगर उसका मूड अच्छा नहीं है, उसकी सोचने और समझने की शक्ति अच्छी नहीं है, उसके विचार नेगेटिव है, तो वो खाना आपको हजम नहीं होगा, वो पचेगा नहीं, वो आपको ऊर्जा नहीं देगा, आपको खाना कोई ज्यादा लाभ नहीं प्रदान करेगा। उसी प्रकार जो उस खाने को पैदा करता है किसान, अगर उसका मानसिक स्वास्थ्य अच्छा नहीं है, वो भी दुखी है, हताश है, निराश है, खुदकुशियां कर रहा है, तो उसका उपजाया हुआ अन्न कैसे देश का भला कर सकता है। तो जितनी मदद हो सके, जितना कुछ हो सके अपनी तरफ से, तो किसानों की मदद की जाए। किसान के जो परिवार हैं, जिनके परिवार के जो मेंबर बॉर्डर पे संघर्ष कर रहे हैं, बॉर्डर के ऊपर डटे हुए हैं, उन परिवारों की मदद की जाए, उनके साथ संतावना, साथ के साथ सहानुभूति और तन मन धन से जो भी मदद उनकी बन पड़े उतनी मदद करनी होगी। तभी सही मायनों में ये देश जय किसान का नारा प्रबल कर पाएगा। तो मजीद जी बहुत बहुत धन्यवाद आपका। और अंत में मैं यही कहूंगा, जय किसान। जी ਰਜਿੰਦਰ ਜੀ, ਆਪ ਹਮਾਰੇ ਸਾਥ ਪੈਨਲ में शामिल हुए ਔਰ ਸਾਡੇ ਨਾਲ ਸਾਡੇ ਦਰਸ਼ਕਾਂ ਨੂੰ ਤੁਸੀਂ ਬਹੁਤ ਜਿਹੜੀਆਂ ਬੜਮੁੱਲੀਆਂ ਜਾਣਕਾਰੀਆਂ ਸੀਗੀਆਂ ਉਹ ਪ੍ਰਦਾਨ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਦੋਸਤੋ, ਜਿਸ ਤਰ੍ਹਾਂ ਕਿ ਸਾਡੇ ਜਿਹੜੇ ਸਾਈਕੋਲੋਜਿਸਟ ਸੀਗੇ, ਜਿਹੜੇ ਕਿ ਕਾਉਂਸਲਰ ਸੀਗੇ, ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸਾਨ ਜੇਕਰ ਅਜਿਹੀ ਕੋਈ ਡਿਸਟ੍ਰੈਸ ਦੇ ਵਿੱਚ ਕੋਈ ਕਿਸਾਨ ਲੰਘ ਰਿਹਾ ਤਾਂ ਨਾਲ ਦਾ ਜਿਹੜਾ ਵਿਅਕਤੀ ਹੈਗਾ ਉਹਨਾਂ ਦਾ ਫਰਜ਼ ਬਣਦਾ ਕਿ ਉਹਦੀਆਂ ਅਲਾਮਤਾਂ ਦੇਖਣ। ਤੁਹਾਨੂੰ ਮੈਂ ਦੁਬਾਰਾ ਫੇਰ ਇਹ ਗੱਲ ਦੱਸ ਦੇਣਾ ਚਾਹੁੰਦਾ ਕਿ ਜੇ ਕੋਈ ਕਿਸਾਨ, ਕੋਈ ਵਿਅਕਤੀ ਅਲੱਗ-ਅਲੱਗ ਰਹਿ ਰਿਹਾ, ਜੇਕਰ ਉਹ ਅੱਜ ਕੱਲ੍ਹ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਘਰ ਤੋਂ ਨਹੀਂ ਨਿਕਲ ਰਿਹਾ, ਜਾਂ ਸੁੱਤਾ ਹੀ ਪਿਆ ਰਹਿੰਦਾ, ਜਾਂ ਉਸ ਨੂੰ ਨੀਂਦ ਨਹੀਂ ਆ ਰਹੀ, ਯਾਨੀ ਕਿ ਉਹਦੀਆਂ ਜਿਹੜੀਆਂ ਬਿਹੇਵੀਅਰ ਹੈਗੀਆਂ ਨੇ ਜੇਕਰ ਚੇਂਜ ਹੋ ਗਈਆਂ ਨੇ, ਤਾਂ ਉਹ ਡਿਪਰੈਸ਼ਨ ਦੇ ਵਿੱਚ ਹੈ। ਤੇ ਜੇਕਰ ਉਹ ਡਿਪਰੈਸ਼ਨ ਦੇ ਵਿੱਚ ਹੈ ਤਾਂ ਸਾਡੇ ਨੇੜਲੇ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਮਦਦ ਕਰੀਏ। ਮਦਦ ਕਰਨ ਦਾ ਤਰੀਕਾ ਸਿੱਧਾ ਇਹ ਹੈ ਕਿ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੰਟਰਪਟ ਕਰੀਏ। ਇੰਟਰਪਟ ਕਰਨ ਦਾ ਮਤਲਬ ਹੈਗਾ ਅਸੀਂ ਉਹਨੂੰ ਖੋਲੀਏ, ਉਹਨੂੰ ਖੋਲਣ ਦਾ, ਉਹਨੂੰ ਸੁਣਨ ਦਾ, ਉਹਨੂੰ ਬੋਲਣ ਦਾ ਮੌਕਾ ਦਈਏ ਤਾਂ ਕਿ ਉਹਦੇ ਅੰਦਰ ਜਿਹੜਾ ਜੋ ਕੁਝ ਚੱਲ ਰਿਹਾ ਉਹ ਸਾਹਮਣੇ ਆ ਸਕੇ। ਅਸੀਂ ਉਸ ਨੂੰ ਕੋਈ ਲੈਕਚਰ ਨਹੀਂ ਦੇਣਾ, ਅਸੀਂ ਉਸ ਨੂੰ ਵੱਧ ਤੋਂ ਵੱਧ ਸੁਣਨਾ ਹੈ। ਜੇਕਰ ਅਸੀਂ ਸੁਣਾਂਗੇ ਤਾਂ ਉਹ ਅੰਦਰੋਂ ਨਿਕਲੇਗਾ, ਤਾਂ ਉਹਦਾ ਜਿਹੜੇ ਦਿਮਾਗ ਦੇ ਵਿੱਚ ਚੱਲ ਰਿਹਾ ਉਹ ਖਾਲੀ ਹੋ ਜਾਏਗਾ ਤੇ ਇਸ ਤਰੀਕੇ ਨਾਲ ਜਿਹੜੀ ਉਹਦੀ ਅਵਸਥਾ ਹੈਗੀ ਆ ਉਹ ਚੇਂਜ ਹੋ ਸਕਦੀ ਹੈ। ਉਸ ਤੋਂ ਬਿਨਾਂ ਉਹਦੇ ਨਾਲ ਜੇਕਰ ਅਸੀਂ ਗੱਲਾਂ ਕਰਨੀਆਂ ਨੇ ਤੇ ਛੋਟੀਆਂ ਛੋਟੀਆਂ ਗੱਲਾਂ ਕਰੀਏ, ਛੋਟੇ ਛੋਟੇ ਸਵਾਲ ਕਰੀਏ, ਬਹੁਤ ਛੋਟੇ, ਜਿਨ੍ਹਾਂ ਦੇ ਛੋਟੇ ਛੋਟੇ ਜਵਾਬ ਹੋਣ, ਤਾਂ ਕਿ ਉਹਦੇ ਅੰਦਰਲੀਆਂ ਜਿਹੜੀਆਂ ਮਨ ਦੀਆਂ ਕੁੰਝਲਾਂ ਹੈਗੀਆਂ ਨੇ ਉਹ ਖੋਲੀਆਂ ਜਾ ਸਕਣ। ਤੇ ਅਗਲੀ ਸਥਿਤੀ ਹੈਗੀ ਆ, ਜੇਕਰ ਕੋਈ ਇਸ ਸਥਿਤੀ ਤੋਂ ਅੱਗੇ ਲੰਘ ਗਿਆ ਕਿ ਉਹ ਗੱਲ ਵੀ ਨਹੀਂ ਕਰ ਪਾ ਰਿਹਾ, ਅਸੀਂ ਉਹਦੀ ਗੱਲ ਨੂੰ ਸਮਝ ਵੀ ਨਹੀਂ ਪਾ ਰਹੇ, ਤਾਂ ਜਿਹੜੇ ਨੇੜੇ ਦੇ ਕੋਈ ਸਾਈਕੈਟਰਿਸਟ ਹੈ, ਕੋਈ ਕਾਉਂਸਲਰ ਹੈ, ਤੁਸੀਂ ਸਾਡੀ ਤਰਕਸ਼ੀਲ ਸੁਸਾਇਟੀ ਦੇ ਨਾਲ ਤਾਲਮੇਲ ਕਰ ਸਕਦੇ ਹੋ ਤਾਂ ਕਿ ਆਪਾਂ ਅਜਿਹੇ ਵਿਅਕਤੀ ਨੂੰ ਜਿਹੜਾ ਕਿ ਸਹੀ ਰਾਹ ਵੱਲ ਲੈ ਕੇ ਜਾ ਸਕੀਏ। ਇਹ ਜਿਹੜਾ ਪ੍ਰੋਗਰਾਮ ਦਾ ਸਾਡਾ ਅੱਜ ਦਾ ਮਕਸਦ ਹੈ ਤੇ ਇਹਨੂੰ ਆਪਾਂ ਸਿਰੇ ਚੜਾ ਸਕੀਏ। ਦੋਸਤੋ, ਤਰਕਸ਼ੀਲ ਟੀਵੀ ਦੇ ਰਾਹੀਂ ਅਸੀਂ ਤੁਹਾਡੇ ਰੂਬਰੂ ਬਹੁਤ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਵਿਸ਼ਿਆਂ ਦੇ ਤਹਿਤ ਜਿਹੜਾ ਮਟੀਰੀਅਲ ਹੈਗਾ, ਗਿਆਨ ਹੈਗਾ, ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ, ਤੁਹਾਡੇ ਨਾਲ ਗੱਲ ਕਰਦੇ ਰਹਿੰਦੇ ਹਾਂ। ਜੇਕਰ ਤੁਹਾਡਾ ਕੋਈ ਸਵਾਲ ਹੈ, ਕੋਈ ਸੁਝਾਅ ਹੈ ਤਾਂ ਕਿਰਪਾ ਕਰਕੇ ਸਾਨੂੰ ਕਮੈਂਟ ਬਾਕਸ ਦੇ ਰਾਹੀਂ, ਸਾਡੇ WhatsApp ਦੇ ਰਾਹੀਂ, ਸਾਡੇ ਸੋਸ਼ਲ ਮੀਡੀਆ ਦੇ ਲਿੰਕਸ ਦੇ ਰਾਹੀਂ ਸਾਡੇ ਨਾਲ ਤਾਲਮੇਲ ਕਰੋ।
ਆਪਾਂ ਉਹਨਾਂ ਵਿਸ਼ਿਆਂ ਦੇ ਉੱਪਰ ਕੋਈ ਗੱਲ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲੇ ਕੋਈ ਹੋਰ ਤੁਸੀਂ ਵੀ ਸਾਡੇ ਨਾਲ ਕਿਸੇ ਵਿਸ਼ੇ ਤੇ ਗੱਲ ਕਰ ਸਕਦੇ ਹੋ ਤਾਂ ਤੁਹਾਨੂੰ ਵੀ ਤਰਕਸ਼ੀਲ ਟੀਵੀ ਦੇ ਮਾਧਿਅਮ ਰਾਹੀਂ ਆਪਾਂ ਇਸੇ ਸਕਰੀਨ ਦੇ ਉੱਪਰ ਬੈਠ ਕੇ ਗੱਲ ਕਰ ਸਕਦੇ ਹਾਂ, ਤੇ ਜਿਹੜੀਆਂ ਉਹ ਗੱਲਾਂ ਦਾ ਹੋ ਸਕਦਾ ਅੱਗੇ ਜਾ ਕੇ ਜਿਹੜਾ ਕੋਈ ਨਾ ਕੋਈ ਕਿਸੇ ਨਾ ਕਿਸੇ ਸਾਥੀ ਨੂੰ ਉਸਦਾ ਫਾਇਦਾ ਹੋਏਗਾ। ਤੁਹਾਨੂੰ ਜੇਕਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰੋ। ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੇ ਤਾਂ ਇਸ ਨੂੰ ਲਾਈਕ ਕਰੋ ਅਤੇ ਇਹਨੂੰ ਆਪਣੇ ਹੋਰ ਦੋਸਤਾਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਇਸ ਨੂੰ ਸ਼ੇਅਰ ਕਰੋ। ਤੁਸੀਂ ਸਾਡੇ ਨਾਲ ਤਰਕਸ਼ੀਲ ਟੀਵੀ ਦੇ ਮਾਧਿਅਮ ਦੇ ਰਾਹੀਂ ਸਾਡੇ ਨਾਲ ਬਣੇ ਰਹੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਗਲੀ ਵਾਰ ਫਿਰ ਮਿਲਾਂਗੇ ਤਰਕ ਦੀਆਂ ਗੱਲਾਂ ਲੈ ਕੇ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਸ਼ੁਕਰੀਆ।